तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। एक ओंकार सत नाम करता पुरख निरभਉ निरवैर अकाल मूरत अजुनी सैभं गुर प्रसाद। हे प्राण नाथ गोविंद कृपा निधान जगद गुरु। हे संसार ताप हरने करुणा मैं सब दुख हरो। हे शरण जोग दयाले दीनानाथ मया करो। शरीर स्वस्थ खीन समय सिमरंत नानक राम दामोदर माधवे। श्री हर कृष्ण ध्याइयै जिस डिठै सब दुख जाए। तेग बहादुर सिमरियै कर नाम नित आवे ताए। सब थाई होए सहाय। परम सन्मान योग जुगो जुग अटल तख्त चौर छत्र दे मालिक सतगुरु श्री गुरु ग्रंथ साहिब महाराज पातशाह जी दी पावन पवित्र हजूरी अंदर धन सतगुरु श्री गुरु तेग बहादुर महाराज जी दे 400 साला आगमन गुरपुरब नूं समर्पित हो करके देश ਅਤੇ विदेश अंदर आप संगत सतगुरु महाराज जी दे पावन जीवन कथा नूं सरवण कर रहे हो। सतगुरु किरपा करन गुर इतिहास ਨੂੰ ਸਰਵਣ ਕਰਕੇ ਜੀਵਨ 'ਚ ਅਸੀਂ ਲਾਹਾ ਪ੍ਰਾਪਤ ਕਰ ਸਕੀਏ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਓ ਹਾਜ਼ਰੀ ਲਗਵਾਉਣਾ ਕਰੀਏ। ਗੁਰੂ ਤੇਗ ਬਹਾਦਰ ਮਹਾਰਾਜ ਆਪ ਕਿਰਪਾ ਕਰਨ ਕਿ ਵਿੱਚ ਵਰਤਨ ਆਪ ਆਪਣਾ ਜੀਵਨ ਕਹਿਲਾ ਲੈਣ। आप संगत आसीस बख्शो। सतगुरु महाराज जी की बख्शिश फतेह प्रवान करो जी। वाहिगुरु जी का खालसा वाहिगुरु जी की फतेह। धन गुरु तेग बहादुर सच्चे पातशाह महाराज दीन दुनिया का उद्धार करने वास्ते भुले ते भटके लोगों नूं सतगुरु महाराज जी ने जीवन का सही राह जिहड़ा सी वो दिखाउणा कीता। सच धर्म के मार्ग ते सतगुरु महाराज जी ने तोरिया। जैसी
ਕਿਸੇ ਦੇ ਅੰਦਰ ਜਗਿਆਸਾ ਸੀ, ਸਤਿਗੁਰ ਮਹਾਰਾਜ ਜੀ ਨੇ ਉਸ ਜਗਿਆਸਾ ਨੂੰ ਫਲ ਲਾਉਣਾ ਕੀਤਾ, ਉਹਦੀਆਂ ਜਗਿਆਸਾ ਜੀਵ ਦੀਆਂ ਪੂਰਨ ਕਰਨੀਆਂ ਕੀਤੀਆਂ। ਔਰ ਸਤਿਗੁਰ ਮਹਾਰਾਜ ਜਿੱਥੇ ਜੀਵਨ ਜਾਚ ਸਿਖਾਉਂਦੇ ਪਏ ਨੇ, ਉੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਲੋਕ ਕਰਮ ਕਾਂਡਾਂ ਜਾਂ ਕੁਰੀਤੀਆਂ ਦੇ ਵਿੱਚ, ਸਮਾਜਿਕ ਬੁਰਾਈਆਂ ਦੇ ਵਿੱਚ ਫਸੇ ਹੋਏ ਨੇ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਉਹਨਾਂ ਬੁਰਾਈਆਂ ਦੇ ਵਿੱਚੋਂ ਕੱਢਣਾ ਕੀਤਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ, ਉਹਨਾਂ ਦੀ ਯਾਤਰਾ ਦੇ ਵਿੱਚੋਂ ਜਦੋਂ ਅਸੀਂ ਦੇਖਦੇ ਹਾਂ ਕਿ ਸਤਿਗੁਰ ਮਹਾਰਾਜ ਦੀਪਾਲਪੁਰ ਗਏ ਸਨ, ਤੇ ਦੀਪਾਲਪੁਰ ਦੇ ਵਿੱਚ ਇੱਕ ਕੋੜੀ ਹੈ ਜਿੰਦਾ ਨਾਂ ਇਤਿਹਾਸ ਨੇ ਨੁਰੰਗਾ ਕਰਕੇ ਲਿਖਿਆ। ਇਹ ਨੁਰੰਗਾ ਆਪਣੇ ਜੀਵਨ ਦੇ ਵਿੱਚ, ਇਹਨੂੰ ਰੱਬ ਨੇ ਬਹੁਤ ਸੁੱਖ ਦਿੱਤੇ, ਪਰ ਇਹਨੇ ਉਹਨਾਂ ਸੁੱਖਾਂ ਦੇ ਉਲਟ ਜਾ ਕਰਕੇ ਆਪਣੇ ਜੀਵਨ ਨੂੰ ਕੇਵਲ ਕੁਕਰਮਾਂ ਵਾਲੇ ਪਾਸੇ ਪਾਇਆ। ਜੀਵਨ ਦਾ ਜਿਹੜਾ ਹਰ ਦਿਨ ਤੇ ਹਰ ਰਾਤ ਨੂੰ ਇਹਨੇ ਸ਼ਰਾਬ ਤੇ ਸ਼ਬਾਬ ਦੇ ਵਿੱਚ ਇਹਨੇ ਬਤੀਤ ਕਰਨਾ ਕੀਤਾ। ਰੱਬ ਦੀ ਕਲਾ ਵਰਤਦੀ ਹੈ, ਇਹਦੇ ਸਰੀਰ ਦੇ ਉੱਤੇ ਕੋਹੜ ਦਾ ਰੋਗ ਹੋਇਆ। ਪਰਿਵਾਰ ਜਿਹੜਾ ਸੀ ਉਹਨਾਂ ਨੇ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਇੱਕ ਦੂਰ ਖੇਤਾਂ 'ਚ ਬਾਹਰਵਾਰ ਇੱਕ ਕੁਟੀਆ, ਇੱਕ ਝੁੱਗੀ ਚੌਪੜੀ ਬਣਾ ਕਰਕੇ ਇਹਨੂੰ ਉੱਥੇ ਛੱਡ ਕੇ ਆਏ। ਇੱਥੋਂ ਤੱਕ ਕਿ ਜਿਹੜੇ ਨੌਕਰ ਨੂੰ ਆਪ ਰੱਖਿਆ ਸੀ ਇੰਨੇ ਨੁਰੰਗੇ ਨੇ, ਉਹ ਨੌਕਰ ਵੀ ਹਾਰ ਕੇ ਉਹਨੇ ਹੱਥ ਜੋੜ ਦਿੱਤੇ ਕਿ ਮੈਂ ਕੋੜੀ ਦੇ ਕੋਲ ਬਾਰ-ਬਾਰ ਪ੍ਰਸ਼ਾਦਾ ਪਾਣੀ ਲੈ ਕੇ ਨਹੀਂ ਜਾ ਸਕਦਾ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੀ ਸੇਵਾ ਦੇ ਵਿੱਚ ਰਹਾਂ ਤਾਂ ਮੈਥੋਂ ਇਹ ਕੰਮ ਨਹੀਂ ਕਰਵਾਓਗੇ, ਨਹੀਂ ਤੇ ਮੈਂ ਇਹ ਨੌਕਰੀ, ਇਹ ਤੁਹਾਡਾ ਕੰਮ ਛੱਡਣ ਨੂੰ ਤਿਆਰ ਹਾਂ। ਤੁਰੇ ਜਾਂਦੇ ਰਾਹੀਆਂ ਨੇ, ਕਿਸੇ ਨੇ ਕੋਈ ਪ੍ਰਸ਼ਾਦਾ, ਅੱਧੀ ਰੋਟੀ, ਕਿਸੇ ਨੇ ਕੁਝ ਥੋੜ੍ਹਾ ਜਿਹਾ ਭੋਜਨ ਦੇ ਕੇ ਜਾਣਾ ਤੇ ਉਹ ਖਾ ਕੇ ਫਿਰ ਗੁਜ਼ਾਰਾ ਕਰ ਲੈਣਾ। ਤੇ ਕੋਹੜ ਦਾ ਰੋਗ ਜਿਹੜਾ ਸੀ ਇਹਦੇ ਸਾਰੇ ਸਰੀਰ ਦੇ ਉੱਤੇ ਹੋ ਚੁੱਕਿਆ ਸੀ, ਜਿੰਦੇ ਕਰਕੇ ਇਹ ਬਹੁਤ ਤੜਫਦਾ, ਰੋਂਦਾ, ਕੁਰਲਾਉਂਦਾ ਤੇ ਰੱਬ ਦੇ ਕੋਲੋਂ ਮੌਤ ਮੰਗਦਾ ਸੀ, ਪਰ ਮੌਤ ਵੀ ਜਿਹੜੀ ਸੀ ਇਹਨੂੰ ਨਹੀਂ ਸੀ ਆਉਂਦੀ। ਫਿਰ ਕਿਸੇ ਗੁਰਮੁਖ ਪਿਆਰੇ ਦਾ ਇਹਦੇ ਨਾਲ ਮਿਲਾਪ ਹੋਇਆ, ਉਹਨੇ ਭੋਜਨ ਹੀ ਇਕੱਲਾ ਨਹੀਂ ਦਿੱਤਾ, ਉਹਨੇ ਨਾਲ ਭਜਨ ਵੀ ਦਿੱਤਾ। ਅੱਜ ਵੀ ਅਸੀਂ ਗੁਰੂ ਘਰਾਂ ਦੇ ਵਿੱਚ ਜਦੋਂ ਆਉਂਦੇ ਹਾਂ ਤੇ ਸਤਿਗੁਰ ਮਹਾਰਾਜ ਇਕੱਲਾ ਅਸੀਂ ਭੋਜਨ ਕਰਨ ਵਾਸਤੇ ਨਹੀਂ, ਲੰਗਰ ਵਾਸਤੇ, ਪ੍ਰਸ਼ਾਦੇ ਵਾਸਤੇ ਨਹੀਂ ਆਉਂਦੇ। ਸਤਿਗੁਰ ਮਹਾਰਾਜ ਸਾਨੂੰ ਭਜਨ ਵੀ ਦਿੰਦੇ ਨੇ, ਆਤਮਿਕ ਖੁਰਾਕ ਵੀ ਬਖਸ਼ਿਸ਼ ਕਰਦੇ ਨੇ, ਜਿੰਦੇ ਕਰਕੇ ਸਾਡੀ ਆਤਮਾ ਵੀ ਬਲਵਾਨ ਹੋ ਸਕੇ ਤੇ ਭੋਜਨ ਅਸੀਂ ਕਰਕੇ ਸਰੀਰਕ ਤੌਰ 'ਤੇ ਵੀ ਰਿਸ਼ਟ ਪੁਸ਼ਟ ਰਹਿ ਸਕੀਏ। ਉਹਨੇ ਇੱਕੋ ਹੀ ਗੱਲ ਕਹੀ ਸੀ ਕਿ ਜੇਕਰ ਤੂੰ ਸੱਚੀ ਮੁੱਚੀ, ਤੇਰੇ ਮਨ ਦੇ ਵਿੱਚ ਪਛਤਾਵਾ ਹੈ ਕਿ ਮੈਂ ਇਹ ਜੀਵਨ ਤੋਂ ਤੰਗ ਆ ਚੁੱਕਾ ਤੇ ਮੇਰਾ ਜੀਵਨ ਜਿਹੜਾ ਕੁਝ ਸੁਖਾਲਾ ਹੋ ਸਕੇ, ਮੈਂ ਕੁਝ ਦਿਨ ਸੌਖੇ ਜ਼ਿੰਦਗੀ ਦੇ ਵਿੱਚ ਕੱਟ ਸਕਾਂ, ਫਿਰ ਇਸ ਦਲਦਲ ਦੇ ਵਿੱਚੋਂ, ਇਸ ਰੋਗ ਦੇ ਵਿੱਚੋਂ ਕੇਵਲ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੇ ਤੈਨੂੰ ਕੱਢ ਸਕਦੇ ਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਪਹਿਲੀ ਉਦਾਸੀ ਦੇ ਸਮੇਂ ਜਦੋਂ ਜਾਂਦੇ ਨੇ ਦੀਪਾਲਪੁਰ ਦੇ ਅੰਦਰ, ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨਾਲ ਭਾਈ ਮਰਦਾਨਾ ਸਾਹਿਬ, ਤੇ ਅੰਦਰੋਂ ਸ਼ਾਮ ਦਾ ਸਮਾਂ ਹੋ ਚੁੱਕਿਆ ਹੈ ਤੇ ਇੱਕ ਕੇਵਲ ਥੋੜ੍ਹੀ ਜਿਹੀ ਰੌਸ਼ਨੀ ਬਾਹਰ ਆਉਂਦੀ ਪਈ ਹੈ। ਸਤਿਗੁਰ ਮਹਾਰਾਜ ਕਹਿੰਦੇ ਨੇ, ਮਰਦਾਨਿਆਂ, ਉਸ ਝੁੱਗੀ ਝੌਂਪੜੀ ਦੇ ਅੰਦਰੋਂ ਬੜੀ ਡਰਾਉਣੀ ਕਿਸਮ ਦੀ ਆਵਾਜ਼ ਆਉਂਦੀ, ਅੰਦਰ ਜਾ ਕੇ ਤੱਕ ਤੇ ਸਹੀ ਕਿ ਮਾਜਰਾ ਕੀ ਹੈ। ਭਾਈ ਮਰਦਾਨਾ ਜੀ ਨੇ ਉਹ ਛੱਪਰੀ ਦਾ ਬੂਹਾ ਖੋਲ੍ਹਿਆ, ਉਸ ਛੱਪਰ ਨੂੰ ਪਾਸੇ ਕਰਨਾ ਕੀਤਾ ਤੇ ਅੰਦਰੋਂ ਬਿਲਕੁਲ ਉਹ ਬੰਦ ਹੋਣ ਕਰਕੇ ਜਿਹੜੀ ਕੋਹੜ ਦੀ ਹਵਾੜ ਬਣੀ ਹੋਈ ਸੀ, ਉਹ ਅੰਦਰ ਜਿਹੜੀ ਹਵਾ ਬਿਲਕੁਲ ਰੋਗ ਦੇ ਨਾਲ ਭਰੀ ਹੋਈ ਉਹ ਹਵਾ ਸੀ, ਉਹ ਦੂਸ਼ਿਤ ਹਵਾ ਨੇ ਮਰਦਾਨੇ ਨੂੰ ਪ੍ਰਭਾਵਿਤ ਕੀਤਾ ਤੇ ਭਾਈ ਮਰਦਾਨਾ ਇੱਕਦਮ ਪਿੱਛੇ ਹੁੰਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਰਦਾਨਿਆਂ ਗੱਲ ਕੀ, ਪਿੱਛੇ ਕਿਉਂ ਹੋਇਆ? ਕਹਿੰਦੇ, ਮਹਾਰਾਜ ਅੰਦਰ ਕੋਈ ਪੱਕਾ ਰੋਗੀ ਹੈ ਤੇ ਸਾਰੀ ਕੁਟੀਆ ਹੀ ਉਸ ਬਦਬੂ ਦੇ ਨਾਲ ਭਰੀ ਹੋਈ ਹੈ, ਉਹਦੀ ਰੋਗ ਦੀ ਬੋਝ ਦੇ ਨਾਲ। ਸਤਿਗੁਰ ਮਹਾਰਾਜ ਕਹਿੰਦੇ ਨੇ, ਮਰਦਾਨਿਆਂ, ਜੇਕਰ ਕੋਈ ਚਿੱਕੜ ਦੇ ਵਿੱਚ ਡਿੱਗਿਆ ਹੋਵੇ ਤੇ ਉਹਨੂੰ ਕੱਢਣ ਵਾਸਤੇ ਆਪਣੇ ਬਸਤਰ ਨਹੀਂ ਬਚਾਈਦੇ। ਆਪਣੇ ਬਸਤਰ ਜੇ ਮਲੀਨ ਹੋ ਵੀ ਜਾਣ ਤੇ ਕੋਈ ਗੱਲ ਨਹੀਂ, ਪਰ ਚਿੱਕੜ 'ਚ ਡੁੱਬੇ ਨੂੰ ਜ਼ਰੂਰ ਕੱਢਣਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਆਪ ਕੁਟੀਆ ਦੇ ਅੰਦਰ ਗਏ
ਲੋਕ ਜਿਹੜੇ ਛੂਤ ਦਾ ਰੋਗ ਸਮਝ ਕੇ ਉਹਦੇ ਤੋਂ ਦੂਰ ਭੱਜਦੇ ਸੀ, ਹੁਣ ਗੁਰੂ ਨਾਨਕ ਦੇਵ ਮਹਾਰਾਜ ਜਾਂਦੇ ਨੇ ਤੇ ਸੁਭਾਵਕ ਹੀ ਉਹਨੇ ਸਵਾਲ ਕੀਤਾ ਸੀ, ਕਹਿੰਦੇ ਮੇਰੇ ਤੇ ਆਪਣੇ ਮੈਨੂੰ ਛੱਡ ਕੇ ਚਲੇ ਗਏ, ਮੇਰਿਆਂ ਤੇ ਆਪਣਿਆਂ ਨੇ ਮੈਨੂੰ ਇੱਥੋਂ ਤੱਕ ਕਿ ਛੱਡਣਾ ਤੇ ਕੀ, ਰੋਟੀ ਪਾਣੀ ਜਿਹੜਾ ਥੋੜ੍ਹਾ ਚਿਰ ਭੇਜਿਆ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਭੋਜਨ ਦੀ ਵੀ ਪਰਵਾਹ ਨਹੀਂ ਕੀਤੀ ਕਿ ਉਹਨੂੰ ਭੋਜਨ ਮਿਲਿਆ ਕਿ ਨਹੀਂ ਮਿਲਿਆ, ਉਹਨੇ ਰੋਟੀ ਖਾਧੀ ਕਿ ਨਹੀਂ ਖਾਧੀ। ਮੈਂ ਸਾਰੀ ਜ਼ਿੰਦਗੀ ਜ਼ਮੀਨ ਜਾਇਦਾਦ ਇਕੱਠੀ ਕਰਨ ਦੇ ਵਿੱਚ ਲਾਈ, ਪਰ ਅੱਜ ਮੇਰਾ ਪਰਿਵਾਰ ਵੀ ਮੇਰਾ ਨਹੀਂ ਬਣਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਤੁਸੀਂ ਕੌਣ ਹੋ, ਮੇਰੇ ਪਰਿਵਾਰ ਵਾਲੇ ਛੱਡ ਗਏ ਤੇ ਤੁਸੀਂ ਮੈਨੂੰ ਆਪਣੇ ਗਲੇ ਦੇ ਨਾਲ ਲਗਾਉਂਦੇ ਹੋ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਵਾਲੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਰਥਾਏ ਭਾਈ ਮਰਦਾਨਾ ਜੀ ਨੇ ਫਿਰ ਆਖਿਆ ਕਿ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ, ਇਹ ਤਾਂ ਉਹਨਾਂ ਦੇ ਵੀ ਬਣ ਗਏ ਜਿਨ੍ਹਾਂ ਦਾ ਕੋਈ ਨਹੀਂ ਸੰਸਾਰ ਦੇ ਵਿੱਚ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਫਿਰ ਸ਼ਬਦ ਵੀ ਉਚਾਰਨ ਕੀਤਾ ਸੀ, ਧਨਾਸਰੀ ਰਾਗ ਦੇ ਅੰਦਰ ਸੀ ਕਿ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਇਹ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਹੀ ਇਹ ਦੇਖ ਲਿਆ ਸੀ ਕਿ ਸੰਸਾਰ ਦੇ ਵਿੱਚ ਇੱਕ ਤਾਂ ਧਰਮ ਦੇ ਨਾਂ 'ਤੇ ਕੁਕਰਮ ਕਮਾਏ ਜਾ ਰਹੇ ਨੇ, ਲੋਕ ਧਾਰਮਿਕ ਅਸਥਾਨਾਂ ਦੇ ਉੱਪਰ ਨਸ਼ਿਆਂ ਦੀ ਵਰਤੋਂ ਕਰਦੇ ਨੇ, ਲੋਕ ਧਾਰਮਿਕ ਅਸਥਾਨਾਂ ਦੇ ਉੱਪਰ ਸਰੀਰਾਂ ਦਾ ਸ਼ੋਸ਼ਣ ਕਰਦੇ ਨੇ, ਦੇਵ ਪ੍ਰਥਾ ਕਰਕੇ ਚਲਾ ਦਿੱਤੀ, ਸਤੀ ਪ੍ਰਥਾ ਚਲਾ ਦਿੱਤੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਤੋਂ ਹੀ ਇਹਨਾਂ ਕੁਰੀਤੀਆਂ ਨੂੰ ਸਮਾਜ ਤੋਂ ਦੂਰ ਕਰਨ ਵਾਸਤੇ ਮਹਾਰਾਜ ਨੇ ਬਹੁਤ ਯਤਨ ਕੀਤੇ। ਇਸੇ ਦਾ ਹੀ ਇੱਕ ਪੱਖ ਸੀ ਕਿ ਜਦੋਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅਲੀ ਸ਼ੇਰ ਨਾਂ ਦੇ ਇੱਕ ਨਗਰ ਦੇ ਵਿੱਚ ਜਾਂਦੇ ਨੇ ਤੇ ਇਹ ਨਗਰ ਜਿਹੜਾ ਸੀ ਇਹ ਵਣਜਾਰਿਆਂ ਕਰਕੇ ਮਸ਼ਹੂਰ ਸੀ। ਤੇ ਵਣਜਾਰੇ ਕਿਹੜੇ? ਵਣਜਾਰੇ ਦੇ ਅਰਥ ਹੁੰਦੇ ਨੇ ਵਪਾਰੀ, ਵਪਾਰ ਕਰਨ ਵਾਲਾ, ਕਿ ਕੋਈ ਵਸਤੂ ਦੇਣੀ ਤੇ ਉਹਦੇ ਬਦਲੇ ਧਨ ਲੈ ਲੈਣਾ। ਹੁਣ ਇਹ ਅਲੀ ਸ਼ੇਰ ਦੇ ਜਿਹੜੇ ਵਣਜਾਰੇ ਸੀ ਇਹ ਧੀਆਂ ਦਾ ਵਪਾਰ ਕਰਿਆ ਕਰਦੇ ਸੀ ਕਿ ਧੀਆਂ ਨੂੰ ਕਿਸੇ ਨੂੰ ਵੇਚਣਾ, ਆਪਣੀਆਂ ਧੀਆਂ ਵੇਚ ਕਰਕੇ ਤੇ ਉਹਦੇ ਪੈਸੇ ਲੈ ਲੈਣੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੇਖਿਆ ਕਿ ਇਹ ਬੜੀ ਵੱਡੀ ਇੱਕ ਸਮਾਜ ਦੇ ਵਿੱਚ ਕੁਰੀਤੀ ਹੈ ਕਿ ਧੀਆਂ ਨੂੰ ਇੰਨਾ ਨੀਵਾਂ, ਔਰਤ ਨੂੰ ਇੰਨਾ ਨੀਵਾਂ ਜਾਣਿਆ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਫਿਰ ਹੱਕ ਤੇ ਸੱਚ ਦਾ ਜਿਹੜਾ ਸ਼ੀਸ਼ਾ ਸੀ ਉਹਨਾਂ ਨੂੰ ਦਿਖਾਉਣਾ ਕੀਤਾ ਕਿ ਭਲਿਓ ਦੇਖੋ, ਤੁਹਾਨੂੰ ਰੱਬ ਨੇ ਹੱਥ ਪੈਰ ਦਿੱਤੇ ਨੇ, ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਤੇ ਤੁਹਾਡਾ ਫਰਜ਼ ਹੈ ਕਿ ਤੁਸੀਂ ਸਕੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੋ, ਆਪਣੇ ਪਰਿਵਾਰ ਦੀ ਤੁਸੀਂ ਦੇਖਭਾਲ ਕਰੋ, ਉਹਨਾਂ ਨੂੰ ਇਸ ਯੋਗ ਬਣਾ ਸਕੋ ਕਿ ਉਹ ਆਪਣੇ ਪੈਰਾਂ 'ਤੇ ਖੜੇ ਹੋ ਸਕਣ। ਤੇ ਜੇਕਰ ਤੁਸੀਂ ਆਪਣੇ ਪਰਿਵਾਰ ਦਾ, ਰੁਜ਼ਗਾਰ ਦਾ, ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਨਹੀਂ ਨਾ ਕਰ ਸਕਦੇ, ਫਿਰ ਤੁਹਾਨੂੰ ਹੱਕ ਕੋਈ ਨਹੀਂ ਕਿ ਤੁਸੀਂ ਪਰਿਵਾਰ ਵਾਲੇ ਵੀ ਹੋਵੋ। ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਧੀਆਂ, ਜਿੱਥੇ ਪੁੱਤਰਾਂ ਨੂੰ ਤੁਸੀਂ ਪਿਆਰ ਕਰਦੇ ਪਏ ਹੋ, ਜਿੱਥੇ ਪੁੱਤਾਂ ਨੂੰ ਤੁਸੀਂ ਸਮਝਦੇ ਹੋ ਕਿ ਇਹ ਸਾਡੇ ਵਾਸਤੇ ਕੱਲ੍ਹ ਨੂੰ ਕਮਾਈ ਦਾ ਸਾਧਨ ਬਣੇਗਾ, ਸਾਨੂੰ ਰੋਟੀ ਖਵਾਏਗਾ, ਉੱਥੇ ਧੀਆਂ ਦਾ ਤੁਸੀਂ ਵਪਾਰ ਕਰਕੇ ਕਿਉਂ ਪਾਪਾਂ ਦੇ ਭਾਗੀ ਬਣਦੇ ਹੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ ਸੋ ਕਿਉ ਮੰਦਾ ਆਖੀਐ, ਜਿਤ ਜੰਮੇ ਰਾਜਾਨ। ਸਤਿਗੁਰੂ ਮਹਾਰਾਜ ਨੇ ਬੁਲੰਦ ਵਾਂਗ ਇਹ ਹੋਕਾ ਦਿੱਤਾ ਕਿ ਔਰਤ ਨੂੰ ਨਿਮਾਣੀ ਨਿਤਾਨੀ, ਉਹਨੂੰ ਅਬਲਾ ਕਹਿ ਕੇ, ਉਹਨੂੰ ਦੁਰਕਾਰ ਭਰੇ ਜਿਹੜੇ ਸ਼ਬਦ ਵਰਤ ਕੇ ਤੁਸੀਂ ਜਿਹੜੇ ਉਹਦਾ ਤਿਰਸਕਾਰ ਕਰਦੇ ਪਏ, ਤੁਹਾਨੂੰ ਹੱਕ ਕੋਈ ਨਹੀਂ। ਕਿਉਂਕਿ ਜੇਕਰ ਕੋਈ ਸੰਸਾਰ ਦੇ ਵਿੱਚ ਆਉਂਦਾ ਹੈ, ਭਾਵੇਂ ਕੋਈ ਸੰਤ ਹੈ, ਭਾਵੇਂ ਕੋਈ ਸੰਸਾਰੀ ਹੈ, ਵਪਾਰੀ ਹੈ, ਬ੍ਰਹਮ ਗਿਆਨੀ ਹੈ, ਮਹਾਂਪੁਰਖ ਹੈ, ਗੁਰੂ ਹੈ, ਅਵਤਾਰ ਹੈ, ਹਰ ਕਿਸੇ ਦਾ ਜਨਮ ਜਿਹੜਾ ਸੰਸਾਰ ਦੇ ਵਿੱਚ ਉਹ ਔਰਤ ਦੇ ਰਾਹੀਂ ਆਉਂਦਾ ਪਿਆ ਹੈ, ਔਰਤ ਦੀ ਕੁੱਖ ਤੋਂ ਜਨਮਿਆ। ਸਤਿਗੁਰੂ ਮਹਾਰਾਜ ਨੇ ਫਿਰ ਇੱਥੇ ਅਲੀ ਸ਼ੇਰ ਦੇ ਜਿਹੜੇ ਲੋਕ ਸਨ, ਸਤਿਗੁਰੂ ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਇਹ ਕੁਰੀਤੀ ਤੋਂ ਵਰਜਿਆ ਤੇ ਸਤਿਗੁਰੂ ਮਹਾਰਾਜ ਨੇ ਸੱਚ ਧਰਮ ਦੇ ਮਾਰਗ 'ਤੇ ਤੋਰਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਫਿਰ ਇੱਥੋਂ ਅੱਗੇ ਸਾਬੋ ਕੀ ਤਲਵੰਡੀ ਜਾਂਦੇ ਨੇ। ਇਹ ਦੂਸਰੀ ਵਾਰੀ ਸਤਿਗੁਰੂ ਮਹਾਰਾਜ ਇੱਥੇ ਤਲਵੰਡੀ ਸਾਬੋ ਆ ਰਹੇ ਨੇ। ਤਲਵੰਡੀ ਸਾਬੋ ਤੋਂ ਬਰਾ ਬਿਸ਼ੋਨਾ ਤੋਂ ਹੁੰਦਿਆਂ ਹੋਇਆਂ ਸਤਿਗੁਰੂ ਮਹਾਰਾਜ ਫਿਰ ਧਮਧਾਨ ਪਹੁੰਚਦੇ ਨੇ। ਪਿਛਲੀ ਯਾਤਰਾ ਦੇ ਵਿੱਚ ਵੀ ਜਿਹੜੀ ਸਤਿਗੁਰੂ ਮਹਾਰਾਜ ਨੇ ਗੁਰਤਾ ਗੱਦੀ ਮਿਲਣ ਤੋਂ ਬਾਅਦ ਵਿੱਚ ਯਾਤਰਾ ਕੀਤੀ, ਉਹਦੇ ਵਿੱਚ ਵੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਹ ਧਮਧਾਨ ਆਏ ਸਨ, ਜਿੱਥੇ ਭਾਈ ਮੀਹਾਂ ਜੀ, ਭਾਈ ਰਾਮਦੇਵ ਜਿਹੜੇ ਸਨ,
ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਦਿੱਤੀ ਸੀ। ਹੁਣ ਸਤਿਗੁਰੂ ਮਹਾਰਾਜ ਜਦੋਂ ਧਮਧਾਨ ਪਹੁੰਚਦੇ ਨੇ, ਸੰਗਤ ਨੂੰ ਪਤਾ ਲੱਗਦਾ ਹੈ, ਤੇ ਇਹ ਜਿਹੜਾ ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਸ ਵੇਲੇ ਜਦੋਂ ਪਹੁੰਚਦੇ ਨੇ ਤੇ ਉਹ ਦੀਵਾਲੀ ਦੇ ਲਾਗੇ ਦੇ ਦਿਨ ਸਨ। ਗੁਰੂ ਤੇਗ ਬਹਾਦਰ ਮਹਾਰਾਜ ਧਮਧਾਨ ਪਹੁੰਚੇ। ਮਹਾਰਾਜ ਜੀ ਨੇ ਇਹ ਫੈਸਲਾ ਵੀ ਕੀਤਾ ਹੋਇਆ ਸੀ ਕਿ ਸਤਿਗੁਰੂ ਮਹਾਰਾਜ ਦੀਵਾਲੀ ਦਾ ਜਿਹੜਾ ਦੀਵਾਨ ਹੈ, ਦੀਵਾਲੀ ਦੀ ਸੰਗਤ ਹੈ, ਇਕੱਠ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਉਹ ਇਕੱਠ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਧਮਧਾਨ ਦੀ ਧਰਤੀ 'ਤੇ ਕਰਨਾ ਚਾਹੁੰਦੇ ਸੀ। ਸਤਿਗੁਰੂ ਮਹਾਰਾਜ ਕੈਥਲ ਜਦੋਂ ਗਏ ਸੀ ਤੇ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਸੀ, ਕਹਿਣ ਲੱਗੇ ਕਿ ਹਿੰਦੂ ਧਰਮ ਦੇ ਅੰਦਰ ਮੱਸਿਆ ਪੁੰਨਿਆ ਇਹ ਹਿੰਦੂ ਧਰਮ ਦੇ ਤਿਉਹਾਰ ਨੇ, ਉਹਨਾਂ ਦੇ ਪੁਰਬ ਨੇ। ਇਕਾਦਸ਼ੀ ਹੈ, ਦੁਆਦਸ਼ੀ ਹੈ, ਰਾਮ ਨੌਮੀ, ਕ੍ਰਿਸ਼ਨ ਨੌਮੀ, ਇਹ ਉਹਨਾਂ ਦੇ ਤਿਉਹਾਰ ਨੇ। ਤੇ ਸਤਿਗੁਰੂ ਮਹਾਰਾਜ ਆਪ ਜੀ ਇਹ ਦੱਸੋ ਕਿ ਸਿੱਖੀ ਦੇ ਤਿਉਹਾਰ ਕਿਹੜੇ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਸੀ ਕਿ ਪ੍ਰਥਮ ਹੈ ਵੈਸਾਖੀ ਤੇ ਦੂਜਾ ਦੀਵਾਲੀ। ਮਹਾਰਾਜ ਕਹਿੰਦੇ ਨੇ ਦੋ ਤਿਉਹਾਰ ਸਿੱਖੀ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੱਕੇ ਕਰ ਦਿੱਤੇ ਸੀ ਕਿ ਗੁਰੂ ਘਰ ਦੇ ਵਿੱਚ ਵਿਸਾਖੀ ਤੇ ਦੀਵਾਲੀ ਦਾ ਜਿਹੜਾ ਸੀ ਉਹ ਦੀਵਾਨ ਪੱਕਾ ਲੱਗਣਾ ਹੀ ਹੈ। ਦੂਸਰਾ ਸਤਿਗੁਰੂ ਮਹਾਰਾਜ ਜੀ ਨੇ ਇਹ ਵੀ ਨਾਲ ਬਚਨ ਕਹੇ ਕਿ ਸਿੱਖ ਦਾ ਹਰ ਦਿਨ ਉਹ ਪੁਰਬ ਹੈ, ਹਰ ਦਿਨ ਨੂੰ ਗੁਰਪੁਰਬ ਜਾਣਨਾ, ਜਿੱਦਣ ਸੰਗਤ ਇਕੱਠੀ ਹੋ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਤੇ ਪ੍ਰਮਾਤਮਾ ਦੀ ਬੰਦਗੀ, ਪ੍ਰਮਾਤਮਾ ਦਾ ਨਾਮ ਜਪ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਇੱਥੇ ਧਮਧਾਨ ਪਹੁੰਚੇ ਤੇ ਇੱਥੇ ਹੀ ਔਰੰਗਜ਼ੇਬ ਨੇ ਜਿਹੜਾ ਸੀ ਸਤਿਗੁਰੂ ਮਹਾਰਾਜ ਨੂੰ ਸੱਦਾ ਭੇਜ ਦਿੱਤਾ ਸੀ ਸਪਸ਼ਟੀਕਰਨ ਵਾਸਤੇ। ਸਤਿਗੁਰੂ ਮਹਾਰਾਜ ਜਿਵੇਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸਮੇਂ ਤੇ ਸੱਦਾ ਆਇਆ ਸੀ ਤੇ ਗੁਰੂ ਹਰਿਰਾਏ ਮਹਾਰਾਜ ਜੀ ਰਾਮ ਰਾਏ ਨੂੰ ਦਿੱਲੀ ਭੇਜਦੇ ਆ। ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਗਏ ਸੀ ਤੇ ਦਿੱਲੀ ਦੇ ਵਿੱਚ ਔਰੰਗਜ਼ੇਬ ਜਿਹੜਾ ਸੀ ਉਹ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਮਿਲਣ ਵਾਸਤੇ ਵੀ ਆਇਆ, ਪਰ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਹੁਕਮ ਸੀ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਉਸ ਹੁਕਮ ਦੀ ਪਾਲਣਾ ਕੀਤੀ। ਸਤਿਗੁਰੂ ਮਹਾਰਾਜ ਆਖਦੇ ਸਨ ਕਿ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਕਿ ਮਲੇਸ਼ ਨੂੰ ਦਰਸ਼ਨ ਨਹੀਂ ਦੇਣਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਫਿਰ ਇੱਥੇ ਧਮਧਾਨ ਦੀ ਧਰਤੀ 'ਤੇ ਮਹਾਰਾਜ ਜੀ ਨੂੰ ਔਰੰਗਜ਼ੇਬ ਦਾ ਸੁਨੇਹਾ ਮਿਲਿਆ। ਦਿੱਲੀ ਸਤਿਗੁਰੂ ਮਹਾਰਾਜ ਨੂੰ ਬੁਲਾਇਆ ਗਿਆ। ਸਤਿਗੁਰੂ ਮਹਾਰਾਜ ਫਿਰ ਧਮਧਾਨ ਤੋਂ ਖਟਕੜ ਜਾਂਦੇ ਨੇ। ਖਟਕੜ ਦੀ ਧਰਤੀ ਦੇ ਉੱਤੇ ਘਟਨਾ ਵਾਪਰੀ ਕਿ ਇੱਥੇ ਵੀ ਜਿਹੜੇ ਧਾੜਵੀ ਸਨ ਉਹਨਾਂ ਸਤਿਗੁਰੂ ਮਹਾਰਾਜ ਜੀ ਦੇ ਘੋੜੇ ਖੋਹਣ ਦਾ ਯਤਨ ਕੀਤਾ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਘੋੜਿਆਂ ਵੱਲ ਨੂੰ ਆਉਣ ਤੇ ਰਸਤਾ ਅੱਖਾਂ ਤੋਂ ਰਸਤਾ ਦਿਸਣਾ ਬੰਦ ਹੋ ਜਾਣਾ, ਵਾਪਸ ਜਾਣ ਤੇ ਫਿਰ ਰਸਤਾ ਦਿਖਾਈ ਦੇਣ ਲੱਗ ਪੈਣਾ। ਜਦੋਂ ਸਤਿਗੁਰੂ ਮਹਾਰਾਜ ਜੀ ਦੀ ਅਜ਼ਮਤ ਦਾ ਅਸਰ ਉਹਨਾਂ ਦੇ ਮਨ ਦੇ ਉੱਤੇ ਹੋਇਆ ਤੇ ਉਹਨਾਂ ਨੇ ਸਤਿਗੁਰੂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਦੇ ਚਰਨ ਪਕੜੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਅਸਲ ਦੇ ਵਿੱਚ ਕਿ ਸਾਡੇ ਕੋਲ ਜੀਵਨ ਦੇ ਬਹੁਤੇ ਸੁਖਾਲੇ ਢੰਗ ਨਹੀਂ। ਇਹ ਧਰਤੀ ਇਵੇਂ ਦੀ ਹੈ ਕਿ ਇੱਥੇ ਪਾਣੀ ਵੀ ਜਿਹੜਾ ਹੈ ਬਹੁਤ ਖਾਰਾ ਹੈ, ਫਸਲ ਚੰਗੀ ਤਰ੍ਹਾਂ ਕੋਈ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਜੇਕਰ ਸਾਡੇ ਕੋਲ ਜੀਵਨ ਦੇ ਕੋਈ ਚੰਗੇ ਸੌਖੇ ਢੰਗ ਹੁੰਦੇ, ਮਹਾਰਾਜ ਅਸੀਂ ਵੀ ਚਾਹੁੰਦੇ ਹਾਂ ਕਿ ਆਹ ਕੰਮ ਜਿਹੜੇ ਕੁਕਰਮ ਅਸੀਂ ਕਰਦੇ ਹਾਂ, ਚੋਰੀਆਂ, ਆਹ ਧਾੜਵੀ ਬਣੇ ਫਿਰਦੇ ਹਾਂ, ਸਾਡਾ ਵੀ ਜੀਵਨ ਜਿਹੜਾ ਹੈ ਉਹ ਬਦਲ ਸਕਦਾ ਹੈ ਜੇ ਆਪ ਕਿਰਪਾ ਕਰੋ। ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਇੱਕ ਤੀਰ ਚਲਾਉਣਾ ਕੀਤਾ ਤੇ ਮਹਾਰਾਜ ਨੇ ਕਿਹਾ ਸੀ ਕਿ ਜਿੰਨੀ ਦੂਰ ਤੱਕ ਇਹ ਤੀਰ ਜਾਏਗਾ ਉਹ ਧਰਤੀ ਸਾਰੀ ਜਿਹੜੀ ਹੈ ਉਹਦਾ ਜਲ ਮਿੱਠਾ ਨਿਕਲੇਗਾ। ਤੁਸੀਂ ਕਿਤੇ ਵੀ ਉਹਨੂੰ ਜਿਹੜਾ ਸੀ ਪੁੱਟ ਕੇ ਖੁਦਾਈ ਕਰਕੇ ਉੱਥੇ ਖੂਹ ਲਾ ਸਕਦੇ ਹੋ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਖਾਸ ਕਰਕੇ ਆਪਣੀ ਯਾਤਰਾ ਜਾਂ ਆਪਣੇ ਜੀਵਨ ਪ੍ਰਚਾਰ ਦੌਰੇ ਦੇ ਵਿੱਚ ਇਹ ਯਤਨ ਕੀਤੇ ਕਿ ਵੱਧ ਤੋਂ ਵੱਧ ਖੂਹ ਬੌਲੀਆਂ ਲਗਵਾਈਆਂ ਜਾਣ। ਸਤਿਗੁਰੂ ਮਹਾਰਾਜ ਜੀ ਦਾ ਯਤਨ ਸੀ ਕਿ ਦਰਖਤ ਜ਼ਿਆਦਾ ਲਾਏ ਜਾਣ, ਹਰਿਆਲੀ ਹੋ ਸਕੇ, ਪਾਣੀ ਦਾ ਪ੍ਰਬੰਧ ਹੋ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਜੀਂਦ ਜਾਂਦੇ ਨੇ। ਜੀਂਦ ਤੋਂ ਸਤਿਗੁਰੂ ਮਹਾਰਾਜ ਟੱਕ ਨਗਰ ਹੈ, ਟੱਕ ਉੱਥੇ ਜਾਂਦੇ ਨੇ। ਇਹ ਟੱਕ ਜਿਹੜਾ ਹੈ ਇਹ ਕੁਰੂਕਸ਼ੇਤਰ ਦੇ ਲਾਗੇ ਪੈਂਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਨੇ ਸਰਸਵਤੀ ਦਾ ਬਿਲਕੁਲ ਕੰਢਾ ਹੈ ਤੇ ਉੱਥੇ ਮਹਾਰਾਜ ਜੀ ਨੇ ਉੱਥੇ ਟਿਕਾਣਾ ਕਰਨਾ ਕੀਤਾ। ਉਹਨੂੰ ਆਖਦੇ ਨੇ ਬਹਿਰ ਜਖ। ਇਹ ਨਾ ਅਸਲ ਦੇ ਵਿੱਚ ਸਾਧ ਸੰਗਤ ਜੀ ਕਿ ਕੁਰੂਕਸ਼ੇਤਰ ਦਾ ਮੈਦਾਨ ਸੀ।
ਤੇ ਪੁਰਾਤਨ ਮਿਥਿਹਾਸ ਆਖਦਾ ਹੈ ਕਿ ਸ਼੍ਰੀ ਕ੍ਰਿਸ਼ਨ ਨੇ ਜਦੋਂ ਕੁਰੂਕਸ਼ੇਤਰ ਦਾ ਜੰਗ ਹੁੰਦਾ ਪਿਆ ਸੀ, ਉਸ ਜੰਗ ਦੇ ਦੌਰਾਨ ਇਸ ਮੈਦਾਨ ਦੇ ਚਾਰੇ ਪਾਸੇ 4 ਜੱਖ ਜਿਹੜੇ ਸਨ ਉਹ ਖਿਲਾਰੇ ਹੋਏ ਸੀ ਕਿ ਜੇਕਰ ਕੋਈ ਆਪਣੀ ਮਰਜ਼ੀ ਦੇ ਨਾਲ ਮੌਤ ਤੋਂ ਡਰਦਿਆਂ ਹੋਇਆਂ ਮੈਦਾਨ ਜੰਗ ਨੂੰ ਛੱਡ ਕੇ ਭੱਜਣਾ ਚਾਹੇ ਤੇ ਇਹ ਜੱਖ ਜਿਹੜੇ ਨੇ ਉਹਨਾਂ ਨੂੰ ਰੋਕ ਸਕਣ। ਇਸ ਕਰਕੇ ਇਹ 4 ਜੱਖ ਸੀ ਤੇ ਸਤਿਗੁਰੂ ਮਹਾਰਾਜ ਬਹਿਰ ਜੱਖ ਦੇ ਕੋਲ ਸਰਸਵਤੀ ਦਾ ਕੰਢਾ ਹੈ ਤੇ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਟਿਕਾਣਾ ਕਰਨਾ ਕੀਤਾ, ਚਰਨ ਪਾਉਣਾ ਕੀਤੇ। ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਮਹੰਤ ਤਲੋਕ ਦਾਸ ਆਇਆ। ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਕਰਮ ਕਾਂਡਾਂ ਤੋਂ ਹਟਾ ਕਰਕੇ ਤੇ ਭਗਤੀ ਦੇ ਮਾਰਗ ਦੇ ਉੱਤੇ ਲਾਉਣਾ ਕੀਤਾ। ਸਤਿਗੁਰੂ ਮਹਾਰਾਜ ਇੱਕ ਗਰੀਬ ਤੇ ਕਿਰਤੀ ਸਿੱਖ ਹੈ ਤੇ ਸਤਿਗੁਰੂ ਮਹਾਰਾਜ ਜੀ ਉਹਦੇ ਘਰੇ ਜਾਂਦੇ ਨੇ। ਉਹਦਾ ਨਾਂ ਇਤਿਹਾਸ ਦੇ ਵਿੱਚ ਭਾਈ ਮੱਲਾ ਜੀ ਲਿਖਿਆ। ਸਤਿਗੁਰੂ ਮਹਾਰਾਜ ਜੀ ਨੇ ਭਾਈ ਮੱਲਾ ਦੇ ਘਰ ਦੇ ਵਿੱਚ ਚਰਨ ਪਾਏ। ਇੱਥੋਂ ਅੱਗੇ ਸਤਿਗੁਰੂ ਮਹਾਰਾਜ ਫਿਰ ਕੈਥਲ ਨਗਰ ਦੇ ਵਿੱਚ ਜਾਂਦੇ ਨੇ। ਇਹ ਵੀ ਹਰਿਆਣੇ ਦਾ ਇਲਾਕਾ ਹੈ। ਕੈਥਲ ਦੇ ਵਿੱਚ ਜਾਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਟਿਕਾਣਾ ਕੀਤਾ, ਰਾਤ ਦਾ ਵਿਸ਼ਰਾਮ ਕੀਤਾ, ਉੱਥੇ ਅੱਜ ਗੁਰਦੁਆਰਾ ਮੰਜੀ ਸਾਹਿਬ ਹੈ। ਸਤਿਗੁਰੂ ਮਹਾਰਾਜ ਜਿਸ ਦਰਖਤ ਦੇ ਥੱਲੇ ਵਿਸ਼ਰਾਮ ਵਾਸਤੇ ਬੈਠੇ ਉਹ ਨਿੰਮ ਦਾ ਦਰਖਤ ਸੀ ਤੇ ਉਸ ਨਿੰਮ ਦੇ ਦਰਖਤ ਦੇ ਪੱਤੇ ਜਿਹੜੇ ਨੇ ਅੱਜ ਵੀ ਮਿੱਠੇ ਨੇ। ਘਰਾਂ ਦੇ ਵਿੱਚ ਆਮ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਘਰਾਂ, ਪਿੰਡਾਂ ਜਾਂ ਖੇਤਾਂ ਦੇ ਵਿੱਚ ਨਿੰਮ ਦੇ ਦਰਖਤ ਅਸੀਂ ਆਮ ਵੇਖਦੇ ਹਾਂ ਤੇ ਨਿੰਮ ਦੇ ਪੱਤੇ ਜਿਹੜੇ ਨੇ ਬਿਲਕੁਲ ਉਹਨਾਂ ਦੇ ਵਿੱਚ ਮਿਠਾਸ ਨਹੀਂ ਹੋ ਸਕਦੀ, ਕੌੜੇ ਕੜਵਾਹਟ ਦੇ ਭਰੇ ਹੋਏ ਪੱਤੇ ਨੇ। ਪਰ ਸਤਿਗੁਰੂ ਮਹਾਰਾਜ ਜੀ ਦੀ ਛੋਹ ਐਸੀ ਸੀ, ਉਹਨਾਂ ਦੇ ਜੀਵਨ ਦੀ ਤਸਵੀਰ ਐਸੀ ਸੀ, ਉਹਨਾਂ ਦਾ ਜੀਵਨ ਐਸਾ ਸੀ ਕਿ ਉਹਨਾਂ ਨੇ ਜਿੱਥੇ ਨਰ ਮਨੁੱਖ ਕੀ ਸਤਿਗੁਰੂ ਮਹਾਰਾਜ ਨੇ ਤੇ ਬਨਸਪਤੀ ਵੀ ਉਹਨਾਂ ਦੇ ਜੀਵਨ ਤੋਂ ਆਪਣਾ ਪ੍ਰਭਾਵ ਜਿਹੜਾ ਸੀ ਉਹ ਕਬੂਲ ਲੈਣਾ, ਉਹਨਾਂ ਦੇ ਉੱਤੇ ਪ੍ਰਭਾਵ ਪੈਣਾ ਸੁਭਾਵਿਕ ਜੀ ਗੱਲ ਸੀ। ਪਸ਼ੂ ਪੰਛੀ ਜੋ ਗੁਰੂ ਨਾਨਕ ਦੇ ਮਹਾਰਾਜ ਜਨਮ ਸਾਖੀ ਦਾ ਕਰਤਾ ਲਿਖਦਾ ਹੈ ਕਿ ਮਹਾਰਾਜ ਜਦੋਂ ਆਪ ਕੀਰਤਨ ਕਰਦੇ ਆ ਨਾ, ਗੁਰੂ ਨਾਨਕ ਤੇ ਮਹਾਰਾਜ ਕੀਰਤਨ ਕਰਨਾ, ਉਜਾੜ ਜੰਗਲਾਂ ਦੇ ਵਿੱਚ ਬੈਠ ਕੇ ਮਹਾਰਾਜ ਨੇ ਬਾਣੀ ਪੜ੍ਹਨੀ ਤੇ ਗੁਰੂ ਨਾਨਕ ਤੇ ਮਹਾਰਾਜ ਜੀ ਦੇ ਕੀਰਤਨ ਜਿੱਥੇ ਬੈਠ ਕੇ ਸਤਿਗੁਰੂ ਮਹਾਰਾਜ ਨੇ ਬਾਣੀ ਨੂੰ ਗਾਉਣਾ, ਉਹਨਾਂ ਦਰਖਤਾਂ ਦੇ ਵਿੱਚੋਂ ਵੀ ਰਸ ਟਪਕਣਾ ਸ਼ੁਰੂ ਹੋਣਾ। ਸਤਿਗੁਰੂ ਮਹਾਰਾਜ ਜੇਕਰ ਜੰਗਲ ਦੇ ਵਿੱਚ ਬੈਠਿਆਂ ਕੀਰਤਨ ਕੀਤਾ, ਜਨਮ ਸਾਖੀ ਵਾਲੇ ਕਰਤੇ ਨੇ ਆਖਿਆ ਕਿ ਉੱਥੇ ਇੱਕੇ ਹੀ ਥਾਂ ਤੇ ਸ਼ੇਰ ਤੇ ਹਿਰਨ ਆ ਕੇ ਬੈਠ ਜਾਣੇ। ਦੋਨੇ ਵਿਰੋਧੀ ਭਾਵ ਵਾਲੇ ਜਾਨਵਰ ਨਾ ਤੇ ਦੋਨਾਂ ਨੇ ਇੱਕੇ ਥਾਂ ਤੇ ਆ ਕੇ ਬੈਠ ਜਾਣਾ ਔਰ ਬਾਣੀ ਦਾ ਇੰਨਾ ਅਸਰ ਹੋਣਾ ਕਿ ਉਹਨਾਂ ਨੇ ਇੱਕ ਦੂਜੇ ਤੇ ਹਮਲਾ ਕਰਨ ਦੀ ਥਾਂ ਤੇ ਜਿੰਨੀ ਦੇਰ ਸਤਿਗੁਰੂ ਮਹਾਰਾਜ ਜੀ ਨੇ ਕੀਰਤਨ ਕਰਨਾ, ਉਨੀ ਦੇਰ ਤੱਕ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਹੋ ਕੇ ਬੈਠਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੀਰਤਨ ਸਮਾਪਤੀ ਕਰਨੀ ਤੇ ਸਭ ਨੇ ਆਪਣੇ ਆਪ ਚਲੇ ਜਾਣਾ, ਇਹ ਨਹੀਂ ਕਿ ਕਿਸੇ ਨੇ ਹਮਲਾ ਕਰਨਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਇਹ ਛੋਹ ਹੀ ਸੀ ਕਿ ਜਿੱਥੇ ਗੁਰੂ ਨੇ ਚਰਨ ਪਾਏ ਉਹ ਹਰ ਇੱਕ, ਭਾਵੇਂ ਉਹ ਧਰਤੀ ਸੀ, ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਸੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਿਗੁਰੂ ਦੇਖਿਆ ਜਾਏ। ਉਹ ਧਰਤੀ ਕਰਮਾਂ ਵਾਲੀ ਹੋ ਗਈ। ਜੇ ਸਤਿਗੁਰੂ ਮਹਾਰਾਜ ਨੇ ਕਿਸੇ ਬੇਰੀ ਦੇ ਥੱਲੇ ਬੈਠੇ ਤੇ ਉਹ ਬੇਰ ਸਾਹਿਬ ਹੋਇਆ, ਜੇ ਰੀਠੇ ਤੇ ਥੱਲੇ ਬੈਠੇ ਤੇ ਉਹ ਰੀਠਾ ਸਾਹਿਬ ਹੋ ਗਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਛੋਹ, ਉਹਨਾਂ ਦੀ ਤਸਵੀਰ, ਉਹਨਾਂ ਦੀ ਆਬੋ, ਉਹਨਾਂ ਦਾ ਆਬਾ ਮੰਡਲ ਜਿਹੜਾ ਸੀ, ਉਹਦਾ ਪ੍ਰਭਾਵ ਜਿਹੜਾ ਸੀ ਉਹਨਾਂ ਦਰਖਤਾਂ ਤੇ ਬਨਸਪਤੀ ਤੇ ਵੀ ਪਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਫਿਰ ਕੈਥਲ ਦਾ ਇਹ ਸਥਾਨ ਜਿੱਥੇ ਮਹਾਰਾਜ ਜੀ ਨੇ ਰਾਤ ਵਿਸ਼ਰਾਮ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਟਿਕੇ ਉਸ ਅਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਹੈ। ਤੇ ਇੱਥੇ ਹੀ ਸਤਿਗੁਰੂ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਕਿ ਮਹਾਰਾਜ ਦੱਸੋ ਸਿੱਖਾਂ ਦਾ ਪੁਰਬ ਕਿਹੜਾ, ਤੇ ਮਹਾਰਾਜ ਨੇ ਸੱਚੀ ਅੱਜ ਵੀ ਅਸੀਂ ਖਾਸ ਪੁਰਬ ਚਲੋ ਮਨਾਉਂਦੇ ਹਾਂ ਕਿਉਂਕਿ ਬਾਣੀ ਦਾ ਫਰਮਾਨ ਹੈ ਕਿ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਪਰ ਜਿੱਦਣ ਅਸੀਂ ਰੋਜ਼ ਸੰਗਤ ਵਿੱਚ ਬੈਠੀਏ, ਸਵੇਰੇ ਸ਼ਾਮ ਸੰਗਤ ਕਰੀਏ, ਗੁਰੂ ਕਿਰਪਾ ਕਰੇ ਕਿ ਉਹ ਹਰ ਦਿਨ ਗੁਰਪੁਰਬ ਹੈ, ਕਿਉਂਕਿ ਗੁਰੂ ਦੀ ਬਾਣੀ, ਗੁਰੂ ਦੀ ਵਿਚਾਰ ਸਾਡੇ ਮਨ, ਸਾਡੇ ਹਿਰਦੇ ਤੱਕ ਪਹੁੰਚਦੀ ਹੈ। ਗੁਰੂ ਕਿਰਪਾ ਕਰੇ, ਅਰਦਾਸ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਬਰੇ ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨੋ ਨਿਤ ਆਵੇ।
तेग बहादुर सिमरिए करनाओ नित्या